ਕੇਂਦਰ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲੈਣ ਦਾ ਐਲਾਨ ਹੋ ਚੁੱਕਿਆ ਹੈ। ਇਹ ਇੱਕ ਜਿੱਤ ਦਾ ਮੌਕਾ ਹੈ ਤੇ ਇਸ ਜਿੱਤ ਨਾਲ ਕਿਸਾਨੀ ਸੰਘਰਸ਼ ਹੋਰ ਜੀਵੰਤ ਮਹਿਸੂਸ ਕਰ ਰਿਹਾ ਹੈ, ਭਾਵੇਂ ਕਿ ਹਲੇ ਲੰਮਾ ਸੰਘਰਸ਼ ਬਾਕੀ ਹੈ। ਇਸ ਸੰਘਰਸ਼ ਨਾਲ ਪੰਜਾਬ ਹੀ ਨਹੀਂ, ਪੂਰਾ ਭਾਰਤ ਵੱਖਰੀ ਤਰ੍ਹਾਂ ਨਾਲ ਸੋਚਣ ਲੱਗਿਆ ਹੈ। ਉਹ ਸਰਕਾਰ ਦੀਆਂ ਨੀਤੀਆਂ ਪ੍ਰਤੀ ਚੇਤਨ ਹੋਇਆ ਹੈ, ਉਸ ਦੀ ਸਮਝ ਤਿੱਖੀ ਹੋਈ ਹੈ ਤੇ ਉਹ ਸੰਘਰਸ਼ ਦੇ ਵਿੱਚ ਯਕੀਨ ਕਰਨ ਲੱਗਿਆ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਭਵਿੱਖ ਦਾ ਭਾਰਤ ਵੱਖਰੀ ਤਰ੍ਹਾਂ ਦਾ ਹੋਵੇਗਾ ਤੇ ਉਸ ਵੱਖਰੀ ਤਰ੍ਹਾਂ ਦੇ ਭਾਰਤ ਦੇ ਵਿੱਚ ਇਸ ਸੰਘਰਸ਼ ਦੀ ਬਹੁਤ ਵੱਡੀ ਦੇਣ ਹੋਵੇਗੀ। ਤਕਰੀਬਨ 1 ਮਹੀਨਾ ਪਹਿਲਾਂ 28 ਅਕਤੂਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇੱਕ ਬੇहद ਖਾਸ ਸੈਮੀਨਾਰ ਅਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ ਸੀ। ਇਹ ਪ੍ਰੋਗਰਾਮ ਇਸ ਕਰਕੇ ਖਾਸ ਸੀ ਕਿ ਇਸ ਵਿੱਚ ਪਹਿਲੀ ਵਾਰ 2 ਧਿਰਾਂ ਇੱਕੋ ਵੇਲੇ ਇੱਕ ਮੰਚ ਤੇ ਇਕੱਠੀਆਂ ਸਨ। ਇੱਕ ਪਾਸੇ ਇਸ ਵਿੱਚ ਉਹ ਲੋਕ, ਉਹ ਚਿੰਤਕ ਸ਼ਾਮਲ ਸਨ ਜਿਨ੍ਹਾਂ ਨੇ ਅਕਾਦਮਿਕ ਪੱਧਰ ਤੇ ਖੇਤੀ ਦੇ ਮਸਲਿਆਂ ਨੂੰ ਸਮਝਣ, ਨਜਿੱਠਣ ਤੇ ਉਹਨਾਂ ਪ੍ਰਤੀ ਅੰਕੜੇ ਇਕੱਤਰ ਕਰਨ ਦਾ ਕੰਮ ਕੀਤਾ ਤੇ ਦੂਸਰੇ ਪਾਸੇ ਉਹ ਲੋਕ, ਉਹ ਵੱਡੇ ਲੋਕ ਸ਼ਾਮਲ ਸਨ ਜਿਨ੍ਹਾਂ ਨੇ ਜ਼ਮੀਨੀ ਪੱਧਰ ਤੇ ਖੇਤੀ ਦੇ, ਕਿਸਾਨੀ ਦੇ ਮਸਲਿਆਂ ਨੂੰ ਅੱਗੇ ਲੈ ਕੇ ਜਾਣ ਲਈ, ਸਰਕਾਰਾਂ ਦੇ ਖਿਲਾਫ ਲਾਮਬੰਦੀ ਕਰਨ ਲਈ ਬਹੁਤ ਵੱਡਾ ਕੰਮ ਕੀਤਾ। ਇਸ ਪ੍ਰੋਗਰਾਮ ਵਿੱਚ ਪ੍ਰੋਫੈਸਰ ਸੁੱਚਾ ਸਿੰਘ ਗਿੱਲ ਅਤੇ ਸ਼੍ਰੀ ਦਵਿੰਦਰ ਸ਼ਰਮਾ ਵਰਗੇ ਚਿੰਤਕ ਅਤੇ ਬਹੁਤ ਹੀ ਮਾਣਮੱਤਾ ਕੰਮ ਕਰਨ ਵਾਲੇ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ ਜੀ ਅਤੇ ਇਹਨਾਂ ਤੋਂ ਬਿਨਾਂ ਕਮਲਪ੍ਰੀਤ ਪੰਨੂ ਅਤੇ ਲਛਮਣ ਸਿੰਘ ਸੇਵੇਵਾਲਾ ਇਸ ਦੇ ਵਿੱਚ ਸ਼ਾਮਲ ਸਨ। ਪੰਜਾਬੀ ਯੂਨੀਵਰਸਿਟੀ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਦੀ ਅਜ਼ੀਮ ਸੰਸਥਾ ਹੈ। ਇਸ ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਲਈ ਬਹੁਤ ਮਾਣਮੱਤਾ ਕੰਮ ਕੀਤਾ ਹੈ ਤੇ ਪੰਜਾਬੀਆਂ ਨੇ ਵੀ ਇਸ ਯੂਨੀਵਰਸਿਟੀ ਨੂੰ ਆਪਣਾ ਭਰਪੂਰ ਪਿਆਰ ਦਿੱਤਾ ਹੈ। ਇਸ ਯੂਨੀਵਰਸਿਟੀ ਵਿੱਚ ਜੋ ਹੁੰਦਾ ਹੈ ਉਸ ਨਾਲ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਪ੍ਰਭਾਵਿਤ ਹੁੰਦੇ ਹਨ। ਕਿਸੇ ਨਾ ਕਿਸੇ ਤਰ੍ਹਾਂ ਨਾਲ ਉਹ ਆਪਣਾ ਨਾਤਾ ਇਸ ਯੂਨੀਵਰਸਿਟੀ ਨਾਲ ਬਣਾਉਂਦੇ ਹਨ ਤੇ ਖਾਸ ਤੌਰ ਤੇ ਜਿਹੜਾ ਮਾਲਵੇ ਦਾ ਖਿੱਤਾ, ਉਹ ਇਸ ਯੂਨੀਵਰਸਿਟੀ ਦੇ ਵਿੱਚ ਵਾਪਰਨ ਵਾਲੀਆਂ ਘਟਨਾਵਾਂ, ਚੀਜ਼ਾਂ, ਵਰਤਾਰਿਆਂ ਨਾਲ ਪ੍ਰਭਾਵਿਤ ਹੁੰਦਾ ਆਇਆ ਹੈ ਤੇ ਹੁੰਦਾ ਰਹੇਗਾ। ਯੂਨੀਵਰਸਿਟੀ ਦੀ ਤਸਵੀਰ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਵੱਡੀ ਧਿਰ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੁੰਦੇ ਨੇ। ਇਸ ਵਕਤ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ। ਪ੍ਰੋਫੈਸਰ ਅਰਵਿੰਦ ਇੱਕ ਚੰਗੇ ਪ੍ਰਸ਼ਾਸਕ ਹੀ ਨਹੀਂ, ਸਗੋਂ ਇੱਕ ਚੰਗੇ ਚਿੰਤਕ ਵੀ ਨੇ। ਇਸ ਪ੍ਰੋਗਰਾਮ ਨੂੰ ਰਸਮੀ ਤੌਰ ਤੇ ਭਾਵੇਂ ਅਰਥ ਵਿਗਿਆਨ ਵਿਭਾਗ ਅਤੇ ਅਰਥ ਪਰਿਵਰਤਨ ਖੋਜ ਕੇਂਦਰ ਵੱਲੋਂ ਆਯੋਜਿਤ ਕੀਤਾ ਗਿਆ ਸੀ, ਪਰ ਇਸ ਪਿੱਛੇ ਅਸਲੀ ਉਦਮ ਪ੍ਰੋਫੈਸਰ ਅਰਵਿੰਦ ਹੋਰਾਂ ਦਾ ਹੀ ਸੀ। ਉਹਨਾਂ ਨੇ ਇਸ ਸੈਮੀਨਾਰ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਪ੍ਰਧਾਨਗੀ ਭਾਸ਼ਣ ਦਿੱਤਾ ਤੇ ਉਸ ਭਾਸ਼ਣ ਦੇ ਵਿੱਚ ਉਹਨਾਂ ਨੇ ਯੂਨੀਵਰਸਿਟੀ ਦੇ ਕਿਸਾਨੀ ਸੰਘਰਸ਼ ਨਾਲ ਰਿਸ਼ਤੇ ਨੂੰ ਪਰਿਭਾਸ਼ਿਤ ਕੀਤਾ ਤੇ ਯੂਨੀਵਰਸਿਟੀ ਦੀ ਹੋਂਦ ਬਾਬਤ ਗੱਲਾਂ ਕੀਤੀਆਂ। ਅਸੀਂ ਇਹ ਭਾਸ਼ਣ ਤੁਹਾਡੇ ਨਾਲ ਸਾਂਝਾ ਕਰਨ ਦੀ ਖੁਸ਼ੀ ਲੈ ਰਹੇ ਹਾਂ। ਇਸ ਪ੍ਰੋਗਰਾਮ ਦੇ ਹੋਰ ਭਾਸ਼ਣ ਵੀ ਅਸੀਂ ਤੁਹਾਡੇ ਨਾਲ ਛੇਤੀ ਹੀ ਸਾਂਝੇ ਕਰਾਂਗੇ। ਜੋਗਿੰਦਰ ਸਿੰਘ ਉਗਰਾਹਾਂ ਜੀ, ਬਲਬੀਰ ਸਿੰਘ ਰਾਜੇਵਾਲ ਜੀ, ਕਮਲਪ੍ਰੀਤ ਪੰਨੂ ਜੀ, ਸੁੱਚਾ ਸਿੰਘ ਗਿੱਲ ਜੀ, ਲਛਮਣ ਸਿੰਘ ਜੀ, ਦਵਿੰਦਰ ਸ਼ਰਮਾ ਜੀ, ਆਰਗੇਨਾਈਜ਼ਰਸ ਜਿਨ੍ਹਾਂ ਨੇ ਇਹ ਅੱਜ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ। 2 ਉਹਨਾਂ 'ਚੋਂ ਸਟੇਜ 'ਤੇ ਬੈਠੇ ਨੇ, ਪਰ ਬਹੁਤ ਸਾਰੇ ਵਿੱਚ ਬੈਠੇ ਨੇ ਤੇ ਬਾਹਰ ਕੰਮ ਕਰ ਰਹੇ ਨੇ। ਤੇ ਤੁਸੀਂ ਸਾਰੇ ਜੋ ਅੱਜ ਇੱਥੇ ਆਏ, ਮੈਂ ਉਹਨਾਂ ਦਾ ਧੰਨਵਾਦੀ ਹਾਂ। ਇਹ ਕੋਈ 15ਵਾਂ-20ਵਾਂ ਪ੍ਰੋਗਰਾਮ ਹੈ ਯੂਨੀਵਰਸਿਟੀ ਦਾ ਜਿਹਦੇ 'ਚ ਮੈਂ ਸ਼ਿਰਕਤ ਕਰ ਰਿਹਾ ਤੇ ਮੈਨੂੰ ਇੱਕ ਗੱਲ ਦੀ ਹੀ ਥੋੜ੍ਹਾ ਜਿਹਾ ਦੁੱਖ ਹੁੰਦਾ ਸੀ ਕਿ ਲੋਕੀ ਆਉਂਦੇ ਜਾਂਦੇ ਕਿਉਂ ਰਹਿੰਦੇ ਆ ਤੇ ਸੰਜੀਦਗੀ ਨਾਲ ਸਾਰਾ ਪ੍ਰੋਗਰਾਮ ਕਿਉਂ ਨਹੀਂ ਸੁਣਦੇ। ਤੇ ਅੱਜ ਮੇਰਾ ਉਹ ਵੀ ਜਿਹੜਾ ਸ਼ਿਕਵਾ ਸੀ ਉਹ ਦੂਰ ਹੋ ਗਿਆ, ਕਿਉਂਕਿ ਮਸਲਾ ਅਸਲੀ ਸੀ। ਨਾ ਹੀ ਆਡੀਅנס ਫੜ ਕੇ ਲੈਂਦੀ ਗਈ ਸੀ, ਉਹ ਆਪਣੇ ਸ਼ੌਕ ਨਾਲ ਗੱਲ ਸੁਣਨ ਵਾਸਤੇ ਆਈ ਸੀ। ਇਹ ਨਹੀਂ ਸੀ ਕਿਹਾ ਵੀ ਚਲੋ ਲੈਕਚਰ ਸੁਣਨ ਵਾਸਤੇ ਚਲੋ ਇੱਥੋਂ ਕਲਾਸ ਛੱਡ ਦਈਏ। ਇਸ ਤਰ੍ਹਾਂ ਦਾ ਅੱਜ ਮਾਹੌਲ ਨਹੀਂ ਸੀ। ਮੈਂ ਲੰਮੀ ਚੌੜੀ ਗੱਲ ਨਹੀਂ ਕਰਨੀ ਪ੍ਰਧਾਨਗੀ 'ਚ, ਕੁਝ ਤੇ ਮੈਂ ਐਲਾਨ ਕਰਨੇ ਆ ਤੇ ਕੁਝ ਥੋੜ੍ਹੀਆਂ ਜਿਹੀਆਂ ਆਬਜ਼ਰਵੇਸ਼ਨਸ ਮੈਂ ਦੇਣੀਆਂ ਚਾਹੁੰਦਾ, ਜਿਹੜੀਆਂ ਮੈਂ ਗੱਲਾਂ ਸੁਣੀਆਂ, ਜਿਹੜੀਆਂ ਮੇਰੇ ਮਨ ਨੂੰ ਟੁੰਬੀਆਂ। ਉਗਰਾਹਾਂ ਜੀ ਦੀ ਇੱਕ ਗੱਲ ਮੇਰੇ ਮਨ ਨੂੰ ਟੁੰਬੀ, ਜਿਹੜੀ ਪੰਜਾਬੀਆਂ ਤੇ 2 ਤਰੀਕੇ ਨਾਲ ਲਾਗੂ ਹੁੰਦੀ ਹੈ ਕਿ ਪੰਜਾਬੀ ਬੋਲ ਕੇ ਵੀ ਮਾਣ ਮਹਿਸੂਸ ਨਹੀਂ ਕਰਦਾ ਤੇ ਆਪਣਾ ਜਿਹੜਾ ਉਹਦਾ ਕਿਸਾਨੀ ਵਿਰਸਾ ਹੈ ਉਹਦੇ ਨਾਲ ਜੁੜ ਕੇ ਵੀ ਮਾਣ ਮਹਿਸੂਸ ਨਹੀਂ ਕਰਦਾ। ਮੈਂ ਤੁਹਾਨੂੰ ਇੱਕ ਉਦਾਹਰਣ ਦੇਣੀ ਚਾਹੁੰਦਾ, ਉਹ ਅੱਜ ਤੱਕ ਮੇਰੇ ਮਨ 'ਚ ਵਸੀ ਹੋਈ ਹੈ। ਸਾਲ ਸੀ 2011, ਜਦੋਂ ਮੈਂ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ, ਅਸੀਂ PhD ਦੇ ਖੁਜਾਰਤੀ ਰੱਖਣੀ ਸੀ। ਇੰਟਰਵਿਊ ਚੱਲ ਰਹੀ ਸੀ, ਨੈਟ ਪਾਸ ਲੜਕਾ ਸੀ ਤੇ ਅਸੀਂ ਉਹਦੀ ਇੰਟਰਵਿਊ ਲਈ। ਇੰਟਰਵਿਊ ਦੀ ਸਾਰੀ ਗੱਲ ਨਹੀਂ ਦੱਸਾਂਗਾ, ਬਾਅਦ ਜਦੋਂ ਡਿਸਕਸ਼ਨ ਹੋਈ ਤੇ ਮੈਂ ਇੰਟਰਵਿਊ ਤੋਂ ਬਾਅਦ ਮੈਨੂੰ ਇੱਕ ਸਵਾਲ ਪੁੱਛਿਆ ਵੀ MSc ਤੋਂ ਬਾਅਦ ਤੂੰ 1 ਸਾਲ ਕੀ ਕੀਤਾ? ਕਹਿੰਦਾ ਮੈਂ ਖੇਤੀ ਕੀਤੀ। ਮੈਂ 2-4 ਸਵਾਲ ਹੋਰ ਪੁੱਛ ਲਏ, ਕਿਸ ਤਰ੍ਹਾਂ ਖੇਤੀ ਕੀਤੀ, ਟਰੈਕਟਰ ਨਾਲ ਕੀਤੀ? ਕਹਿੰਦੀ ਨਹੀਂ, ਬੌਲਦਾਂ ਨਾਲ ਕੀਤੀ। ਇੱਕ ਬੌਲਦ ਸੀ, ਇੱਕ ਸੰਡਾ ਲੈ ਲਿਆ। ਮੈਂ ਉਹਨੂੰ ਫਿਰ ਸਵਾਲ ਵੀ ਪੁੱਛ ਲਏ ਵੀ ਵਾਕਈ ਇਹ ਗੱਲ ਆ ਵੀ ਕਿਵੇਂ ਹੁੰਦੀ ਆ। ਸਾਰੀਆਂ ਗੱਲਾਂ ਉਹਨੇ ਦੱਸਤੀਆਂ। UP ਤੋਂ ਆਇਆ ਸੀ, ਗੋਪਾਲ ਉਹਦਾ ਨਾਂ ਸੀ।
ਔਰ ਜਦੋਂ ਬਾਅਦ ਵਿੱਚ ਗੱਲ ਹੋਈ ਵੀ ਬੰਦੇ ਕਿਹੜੇ ਰੱਖਣੇ ਆ, ਤੇ ਮੇਰੇ ਮੂੰਹੋਂ ਕਿਤੇ ਨਿਕਲ ਗਿਆ ਵੀ ਜਿਹੜਾ MSc ਫਿਜ਼ਿਕਸ ਕਰਕੇ 1 ਸਾਲ ਹਲ ਵਾਹ ਸਕਦਾ ਉਹ PhD ਕਿਉਂ ਨਹੀਂ ਕਰ ਸਕਦਾ। ਉਹ ਕਮੇਟੀ ਮੇਰੇ ਮਗਰ ਪੈ ਗਈ ਜੀ। ਉਹ ਮੈਂ ਕਿਹਾ ਇਹਦੇ ਲਈ ਤੁਸੀਂ ਮੇਰੇ ਨਾਲ ਲੜੋ, ਇਹਨੂੰ ਨਾ ਰਿਜੈਕਟ ਕਰੋ। ਇਹ ਮੈਂ ਕਿਹਾ, ਉਹਨੇ ਤੇ ਨਹੀਂ ਕਿਹਾ। ਮਤਲਬ ਇਹ ਔਰ ਗੱਲ ਹੋਈ ਉਹ ਸਾਡੀ ਇੰਸਟੀਚਿਊਟ ਚੋਂ ਫਿਜ਼ੀਕਲ ਰਿਵਿਊ ਲੈਟਰਸ ਨਾਮ ਦਾ ਇੱਕ ਜਰਨਲ ਹੈ, ਜਿਹੜਾ ਟੌਪ ਦਾ ਜਰਨਲ ਦੁਨੀਆ 'ਚ ਗਿਣਿਆ ਜਾਂਦਾ, ਉਹਦੇ 'ਚ ਇੱਕ ਪਰਚਾ ਛਾਪ ਕੇ ਇਸ ਵੇਲੇ ਵਧੀਆ ਸਾਇੰਟਿਸਟ ਬਣ ਗਿਆ। ਔਰ ਉਹਨੂੰ ਰੱਖਣੇ ਨਹੀਂ ਸੀ ਚਾਹੁੰਦੇ। ਔਰ ਅੱਜ ਵੀ ਮੈਂ ਕਹਿੰਦਾ ਕਿ ਜਿਹੜਾ ਬੰਦਾ ਹਲ ਮਗਰ ਤੁਰ ਕੇ ਪੈਲੀ ਵਾਹ ਸਕਦਾ ਹੈ, ਉਹ ਕੋਈ ਵੀ ਕੰਮ ਕਰ ਸਕਦਾ। ਸੋ ਇਸ ਕਰਕੇ ਇਹ ਮਾਣ ਮਹਿਸੂਸ ਕਰਨਾ ਆਪਣੇ ਪਿਛੋਕੜ ਨਾਲ ਜੁੜ ਕੇ, ਮੈਂ ਤਾਂ ਇਸ ਗੱਲ 'ਤੇ ਮਾਣ ਮਹਿਸੂਸ ਕਰਦਾ ਵੀ 1880 'ਚ ਜੇ ਮੇਰੇ ਦਾਦੇ ਨੂੰ ਇੱਧਰਲਾ ਪਿੰਡ ਝਬਾਲ ਛੱਡ ਕੇ ਬਾਹਰ 'ਚ ਜਾਣਾ ਪਿਆ ਤਾਂ ਉਹਨਾਂ ਕੋਲ ਘੋੜਾ ਵੀ ਨਹੀਂ ਸੀ। ਉਹ ਪਿਓ ਪੁੱਤ ਸੰਡੇ 'ਤੇ ਗਏ ਕਿਉਂਕਿ ਜ਼ਮੀਨ ਕਲਾਲਾਂ 'ਚ ਰਹਿ ਗਈ ਸੀ। ਸੋ ਇਹ ਗੱਲ ਉਦੋਂ ਵੀ ਵਾਪਰੀ ਹੈ, ਜ਼ਮੀਨ ਥੋੜ੍ਹੀ ਹੋ ਜਾਣੀ, ਕਲਾਲਾਂ 'ਚ ਰਹਿ ਜਾਣੀ। ਅਤੇ ਫਿਰ ਅੰਗਰੇਜ਼ ਦਾ ਇਸ ਗੱਲ ਨੂੰ ਆਪਣੇ ਢੰਗ ਨਾਲ ਵਰਤਣਾ, ਮੈਂ ਇਸ ਗੱਲ 'ਚ ਡੂੰਘਾਈ 'ਚ ਨਹੀਂ ਅੱਜ ਜਾਣਾ ਚਾਹੁੰਦਾ, ਪਰ ਉਹ ਗੱਲ ਮੈਨੂੰ ਮੇਰੇ ਦਿਲ ਨੂੰ ਵੱਜੀ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਮਾਣ ਮਹਿਸੂਸ ਕਿਉਂ ਨਹੀਂ ਕਰਦੇ ਆਪਣੀ ਜਿਹੜੀ ਸਾਡੀ ਖੇਤੀ ਦੇ ਪਰਿਵਾਰਾਂ 'ਚੋਂ ਆਉਣ ਦੀ ਜਿਹੜੀ ਸਾਡਾ ਪਿਛੋਕੜ ਹੈ। ਸੁੱਚਾ ਸਿੰਘ ਗਿੱਲ ਜੀ ਦੀ ਜਿਹੜੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਹੋਈ ਸੀ ਵੀ ਜੇ ਅਸੀਂ ਕੋਆਪਰੇਟ ਮਾਡਲ ਬਣਾਉਣੇ ਆ ਵਾਕਈ, ਵੈਸੇ ਮੈਂ 20 ਸਾਲ ਤੋਂ ਇੱਥੇ ਕੰਮ ਕਰਦਾ ਆ ਰਿਹਾ, ਅੱਜ ਮੈਂ ਉਹ ਗੱਲ ਨਹੀਂ ਦੱਸਣੀ ਵੀ ਕੋਆਪਰੇਟ ਮਾਡਲ ਦਾ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਉਹ ਬਹੁਤ ਵਧੀਆ ਹੈ। ਉਹਨਾਂ ਨੇ ਉਹਦਾ ਜਿਹੜਾ ਫੂਡ ਪ੍ਰੋਡਿਊਸਿੰਗ ਕੰਪਨੀਜ਼ ਤੋਂ ਨਿਖੇੜਾ ਕੀਤਾ ਹੈ ਉਹ ਬਹੁਤ ਮਹੱਤਵਪੂਰਨ ਹੈ। ਗੱਲ ਇਹ ਨਹੀਂ ਵੀ ਥੋੜ੍ਹਾ ਜਿਹਾ ਵੱਧ ਪੈਸੇ ਕਮਾਉਣ ਲਈ, ਗੱਲ ਇਹ ਨਹੀਂ ਕਿ ਥੋੜ੍ਹਾ ਜਿਹਾ ਵੱਧ ਮੁਨਾਫਾ ਕਮਾਉਣ ਲਈ ਕੋਆਪਰੇਟਿਵ ਮਾਡਲ ਅਪਣਾਈਏ, ਨਹੀਂ, ਅਸੀਂ ਰਲ ਮਿਲ ਕੇ ਕੰਮ ਕਰਨਾ ਅਤੇ ਜ਼ਿੰਦਗੀ ਨੂੰ ਜਿਉਣਾ ਸਿੱਖੀਏ। ਇਹ ਉਹ 'ਚੋਂ ਮੈਂ ਮੈਸੇਜ ਲਿਆ। ਅਤੇ ਦੂਸਰੀ ਗੱਲ ਵੀ ਹੁਣ ਸਮਾਂ ਹੈ ਵੀ ਉਹ ਕੋਆਪਰੇਟਿਵ ਐਕਟ ਨੂੰ ਹੁਣ ਬਦਲਾ ਲਈਏ ਅਤੇ ਉਹਨੂੰ ਲੋਕਾਂ ਦਾ ਲੋਕ ਪੱਖੀ ਐਕਟ ਬਣਵਾ ਲਈਏ। ਇਹ ਦੋ ਗੱਲਾਂ ਬਹੁਤ ਜ਼ਰੂਰੀ ਨੇ। ਅਤੇ ਰਾਜੇਵਾਲ ਜੀ ਨੇ ਤਾਂ ਗੱਲ ਬਿਲਕੁਲ ਸਾਫ਼ ਕਰ ਦਿੱਤੀ। ਬਹੁਤ ਉਹਨਾਂ ਨੇ ਗੱਲਾਂ ਕੀਤੀਆਂ, ਪਰ ਜਿਹੜੀ ਗੱਲ ਮੈਨੂੰ ਲੱਗੀ ਕਿ ਸਾਨੂੰ ਨਾਲ ਲਿਜਾਣ ਵਾਲੀ ਹੈ ਵੀ ਪੈਸਾ ਦੇ ਕੇ ਇਲੈਕਸ਼ਨ ਲੜਨ ਵਾਲਾ ਜ਼ਰੂਰ ਪੈਸਾ ਕਮਾਏਗਾ। ਪੈਸੇ ਨਾਲ ਜੇ ਇਲੈਕਸ਼ਨ ਲੜਨੀ ਹੈ ਤਾਂ ਫਿਰ ਲੋਕਾਂ ਦਾ ਕੰਮ ਕਿਵੇਂ ਹੋਏਗਾ? ਇੱਕ ਵੀ ਨਹੀਂ ਬੰਦਾ, ਈਵਨ ਜਿਹੜੀਆਂ ਚੰਗੀਆਂ ਪਾਰਟੀਆਂ ਨੇ ਉਹ ਵੀ ਜਿਹੜੇ ਬਿਲਕੁਲ ਕੱਲ੍ਹ ਨੂੰ ਅਸੀਂ ਕਹੀਏ ਵੀ ਅਸੀਂ ਕਿਸਾਨ ਪੱਖੀ ਕੈਂਡੀਡੇਟ ਖਿਲਾਰ ਦਈਏ ਅਤੇ ਕਹਿਣਗੇ ਫਿਰ ਪੈਸਾ ਕਿਵੇਂ ਇਕੱਠਾ ਕਰਨਾ, ਵੀ ਇਲੈਕਸ਼ਨ ਲੜਨ ਦੀ ਪੈਸੇ ਦੀ ਲੋੜ ਕਿਉਂ ਹੋਣੀ ਚਾਹੀਦੀ ਹੈ? ਇਹ ਬਹੁਤ ਵੱਡਾ ਸਵਾਲ ਉਹਨਾਂ ਨੇ ਉਠਾਇਆ ਅਤੇ ਮੈਂ ਕਹਿੰਦਾ ਵੀ ਪੰਜਾਬ 'ਚ ਇਹ ਸਵਾਲ ਉਠਾਈਏ ਆਉਣ ਵਾਲੀਆਂ ਇਲੈਕਸ਼ਨਾਂ 'ਚ। ਹੁਣ ਮੈਂ ਕੁਝ ਅਨਾਊਂਸਮੈਂਟਸ ਕਰਨੀਆਂ ਚਾਹੁੰਦਾ। ਪਹਿਲਾਂ ਤਾਂ ਇੱਕ ਕੰਮ ਦੱਸਣਾ ਚਾਹੁੰਦਾ, ਆਰਗੇਨਾਈਜ਼ਿੰਗ ਕਮੇਟੀ ਨੂੰ ਇੰਨਾ ਵਧੀਆ ਉਹਨਾਂ ਨੇ ਸੈਮੀਨਾਰ ਕੀਤਾ, ਸਾਰਾ ਸੈਮੀਨਾਰ ਰਿਕਾਰਡਡ ਹੈ, ਇਹਦੀਆਂ ਅਸੀਂ ਪ੍ਰੋਸੀਡਿੰਗਸ ਕੱਢਣੀਆਂ। ਪ੍ਰੋਸੀਡਿੰਗਸ ਕੱਢਣ ਦਾ ਮੈਂ ਤਰੀਕਾ ਵੀ ਦੱਸ ਦਿੰਦਾ। ਸਾਰੇ ਸਾਡੇ ਬਹੁਤ ਬਿਜ਼ੀ ਨੇ ਆਪਣੇ ਆਪਣੇ ਕੰਮਾਂ 'ਚ, ਉਹਨਾਂ ਨੂੰ ਕਹੀਏ ਵੀ ਸਾਨੂੰ ਲਿਖ ਕੇ ਦੇ ਦੇਣ, ਇਹ ਨਹੀਂ ਹੋਣਾ। ਅਸੀਂ ਰਿਕਾਰਡਿੰਗ ਸੁਣ ਕੇ 2-3 ਖੁਜਾਰਤੀਆਂ ਦੀ ਡਿਊਟੀ ਲਈਏ, ਉਹ ਇੱਕ ਖਰੜਾ ਬਣਾਉਣ ਵੀਡੀਓ ਤੋਂ ਸੁਣ ਕੇ, ਉਹ ਖਰੜਾ ਫਿਰ ਅਸੀਂ ਇਹਨਾਂ ਸਾਰੇ ਵਕਤਾਂ ਨੂੰ ਭੇਜੀਏ ਵੀ ਤੁਸੀਂ ਇਹਦੇ 'ਚ ਕੋਈ ਫੇਰ ਬਦਲ ਕਰਨਾ ਤੇ ਕਰ ਦਿਓ, ਅਤੇ ਫਿਰ ਅਸੀਂ ਇਹਨੂੰ ਇੱਕ ਕਿਤਾਬ 'ਚ ਦੇ ਰੂਪ 'ਚ ਛਾਪੀਏ। ਅੱਜ ਜੋ ਹੋਇਆ ਹੈ, ਪਹਿਲੀ ਗੱਲ ਤੇ। ਦੂਸਰੀ ਗੱਲ ਇਹ ਵੀ ਬਹੁਤ ਗੱਲਾਂ ਹੋਈਆਂ ਕਿਸਾਨ ਅੰਦੋਲਨ ਬਾਰੇ, ਕੀ ਉਹਦੇ 'ਚ ਹੋਇਆ, ਪਰ ਇੱਕ ਗੱਲ ਮੈਂ ਉਹਦੇ 'ਚ ਮੈਂ ਉਹ ਗੱਲ ਕਰਨੀ ਚਾਹੁੰਦਾ ਜਿਹੜੀ ਵੱਖਰੀ ਆ, ਕਿਉਂਕਿ ਟਾਈਮ ਵੀ ਥੋੜ੍ਹਾ ਹੈ। ਯੂਨੀਵਰਸਿਟੀਆਂ 'ਚੋਂ ਲਹਿਰਾਂ ਨਿਕਲਦੀਆਂ ਨੇ, ਦੁਨੀਆ ਨੇ ਇਹ ਵੇਖਿਆ ਹੈ। ਇਹ ਲਹਿਰ ਯੂਨੀਵਰਸਿਟੀਆਂ 'ਚੋਂ ਨਹੀਂ ਨਿਕਲੀ, ਇਹ ਲਹਿਰ ਆਪੇ ਪੈਦਾ ਹੋਈ ਹੈ। ਇਹ ਸਾਡੇ ਤੋਂ ਅੱਗੇ ਲੰਘੇ ਨੇ। ਇਹ ਯੂਨੀਵਰਸਿਟੀਆਂ 'ਚੋਂ ਜਿਹੜੇ ਲੋਕ ਪੋਲੀਟੀਕਲੀ ਐਕਟਿਵ ਹੁੰਦੇ ਸੀ, ਹੁਣ ਵੀ ਹੈਗੇ ਹੈ, ਉਹ ਲਹਿਰਾਂ ਕੱਢਦੇ ਆ ਰਹੇ ਇਸ ਸਮੇਂ 'ਚ। ਭਾਵੇਂ ਤੁਸੀਂ ਇਤਿਹਾਸ ਵੇਖ ਲਓ, ਯੂਰਪ ਦਾ ਵੇਖ ਲਓ, ਕਿਤੋਂ ਦਾ ਵੇਖ ਲਓ, ਪਰ ਇਸ ਲਹਿਰ ਦੀ ਇਹ ਖਾਸੀਅਤ ਹੈ ਕਿ ਇਹ ਲੋਕਾਂ 'ਚੋਂ ਆਪੇ ਨਿਕਲੀ ਲਹਿਰ ਹੈ। ਪਰ ਇਹਦਾ ਇਹ ਮਤਲਬ ਨਹੀਂ ਵੀ ਇਹਨਾਂ ਨੂੰ ਯੂਨੀਵਰਸਿਟੀਆਂ ਦੀ ਲੋੜ ਨਹੀਂ ਜਾਂ ਯੂਨੀਵਰਸਿਟੀਆਂ ਨੂੰ ਇਹਨਾਂ ਦੀ ਲੋੜ ਨਹੀਂ। ਅੱਜ ਇਸ ਲਹਿਰ ਨੂੰ ਬਹੁਤ ਲੋੜ ਹੈ ਕਿ ਜੇ ਅਸੀਂ ਕਾਨੂੰਨ ਵਾਪਸ ਕਰਾ ਕੇ ਨਵਾਂ ਮਾਡਲ ਬਣਾਉਣਾ ਹੈ ਤਾਂ ਸਾਨੂੰ ਖੋਜ ਕਰਨੀ ਚਾਹੀਦੀ ਹੈ। ਅਤੇ 2 ਖੋਜ ਦੇ ਕੰਮ ਅਸੀਂ ਇਸ ਯੂਨੀਵਰਸਿਟੀ 'ਚੋਂ ਸ਼ੁਰੂ ਕਰਾਂਗੇ, ਜਿਨ੍ਹਾਂ ਦਾ ਅੱਜ ਮੈਂ ਐਲਾਨ ਕਰਨਾ ਚਾਹੁੰਦਾ। ਇੱਕ ਤਾਂ ਹੈ ਵੀ ਇਸ ਸੰਘਰਸ਼ ਦਾ ਇਤਿਹਾਸ, ਕਿਉਂਕਿ ਇਸ ਸੰਘਰਸ਼ ਨੇ ਇਤਿਹਾਸ ਰਚਿਆ ਹੈ, ਉਹ ਇਤਿਹਾਸ ਡਾਕੂਮੈਂਟ ਕਰਕੇ ਲਿਖਣਾ ਜ਼ਰੂਰੀ ਹੈ। ਉਹ ਅਸੀਂ ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਸੰਘਰਸ਼ ਦਾ ਇਤਿਹਾਸ ਲਿਖਾਵਾਂਗੇ। ਕੱਲ੍ਹ ਹੀ ਇਹ ਕੰਮ ਸ਼ੁਰੂ ਹੋ ਜਾਏਗਾ, ਕਿਸ ਤਰ੍ਹਾਂ ਲਿਖਿਆ ਜਾਣਾ, ਕਿੰਨੇ PhD ਥੀਸਿਸ ਉਹ 'ਚੋਂ ਨਿਕਲਣੇ ਆ, ਪਰ ਇੱਕ ਕਿਤਾਬ ਲਿਖੀ ਜਾਏਗੀ ਇਸ ਯੂਨੀਵਰਸਿਟੀ ਵੱਲੋਂ। ਅਤੇ ਦੂਸਰਾ, ਉਹ ਨਵਾਂ ਮਾਡਲ ਬਣਾਉਣ ਵਾਸਤੇ ਪਹਿਲਾਂ ਹੀ ਅਸੀਂ ਇੱਕ ਮਾਡਲ, ਇੱਕ ਸੈਂਟਰ ਬਣਾਇਆ ਹੈ, ਰੂਰਲ ਐਂਟਰਪ੍ਰੇਨਿਓਰਸ਼ਿਪ। ਅਤੇ ਜਿਹਨੂੰ ਐਂਟਰਪ੍ਰੇਨਿਓਰਸ਼ਿਪ ਨੂੰ ਲੋਕ ਕੰਪਨੀਆਂ ਨਾਲ ਜੋੜਦੇ ਹੈ, ਅਸੀਂ ਉਹਦੀ ਪਰਿਭਾਸ਼ਾ ਬਦਲ ਦਿੱਤੀ ਹੈ। ਸਾਡੀ ਪਰਿਭਾਸ਼ਾ ਇਹ ਹੈ ਵੀ ਪੇਂਡੂ ਇਲਾਕੇ 'ਚ
ਜੇ ਕੋਈ ਆਪਣੇ ਲਈ ਰੁਜ਼ਗਾਰ ਕਮਾ ਸਕਦਾ ਹੈ ਤੇ ਜੇ ਇੱਕ ਵੀ ਹੋਰ ਬੰਦੇ ਲਈ ਰੁਜ਼ਗਾਰ ਪੈਦਾ ਕਰ ਸਕਦਾ ਹੈ ਤੇ ਉਹ ਐਂਟਰਪ੍ਰੈਨਿਓਰ ਹੈ, ਕਿਸੇ ਕੰਪਨੀ ਦੀ ਲੋੜ ਨਹੀਂ। ਇਹਦੇ ਲਈ ਅਸੀਂ ਇੱਕ ਸੈਂਟਰ ਬਣਾਇਆ ਹੈ ਕਿ ਇਹੋ ਜਿਹੇ ਬੰਦੇ ਪੈਦਾ ਕਰੀਏ ਜਿਹੜੇ ਪਿੰਡਾਂ 'ਚ ਜਾ ਕੇ ਕੰਮ ਕਰਨ। ਉਹ ਸ਼ੁਰੂ ਹੋ ਗਿਆ ਹੈ, ਉਹਨੂੰ ਅਸੀਂ ਅੱਗੇ ਜੋੜਾਂਗੇ ਕਿ ਕਿਸਾਨੀ ਦੇ ਕੋਆਪਰੇਟਿਵ ਮਾਡਲ ਨੂੰ ਕਿਵੇਂ ਬਣਾਇਆ ਜਾਵੇ, ਉਹਦੇ ਵਿੱਚ ਕਿਹੜੀਆਂ ਟੈਕਨੋਲੋਜੀ ਦਾ ਆਪਣਾ ਕੋਈ ਦੀ ਪੋਲੀਟਿਕਸ ਨਹੀਂ ਹੁੰਦੀ, ਉਹਨੂੰ ਜਿਹੜਾ ਵਰਤ ਲੈਂਦਾ ਉਹਦੀ ਹੁੰਦੀ। ਜੇ ਅਸੀਂ ਕੋਆਪਰੇਟਿਵ ਮਾਡਲ 'ਚ ਨਵੀਆਂ ਟੈਕਨੋਲੋਜੀਜ਼ ਵਰਤਣੀਆਂ ਨੇ, ਨਵੇਂ ਤਰੀਕੇ ਵਰਤਣੇ ਨੇ, ਉਹਦੇ 'ਤੇ ਖੋਜ ਕਰਕੇ ਇੱਕ ਸੈਂਟਰ ਸਥਾਪਿਤ ਕੀਤਾ ਜਾਵੇ ਜਿਹੜਾ ਕਿਸਾਨ ਜਥੇਬੰਦੀਆਂ ਨਾਲ ਰਲ ਕੇ ਇਸ ਮਾਡਲ ਨੂੰ ਸਾਹਮਣੇ ਲਿਆਵੇ। ਕਿਉਂਕਿ ਮਾਡਲ ਬਣਾਉਣਾ ਜਿੰਦਾਬਾਦ ਮੁਰਦਾਬਾਦ ਨਾਲ ਨਹੀਂ ਬਣਦਾ, ਫਿਰ ਉੱਥੇ ਹੋਰ ਤਰ੍ਹਾਂ ਦਾ ਕੰਮ ਕਰਨਾ ਪੈਂਦਾ, ਸੰਸਥਾਵਾਂ ਬਣਾਉਣੀਆਂ ਪੈਂਦੀਆਂ ਨੇ, ਉਹਨਾਂ ਨੂੰ ਸਥਾਪਿਤ ਕਰਨਾ ਪੈਂਦਾ। ਦੂਸਰੀ ਗੱਲ ਇਹ, ਤੇ ਤੀਸਰੀ ਗੱਲ ਇਹ ਹੈ ਕਿ ਯੂਨੀਵਰਸਿਟੀ ਸੰਕਟ 'ਚ ਹੈ, ਵਿੱਤੀ ਸੰਕਟ 'ਚ ਹੈ, ਹੋਰ ਵੀ ਕਈ ਕਿਸਮ ਦੇ ਸੰਕਟ 'ਚ ਹੈ, ਸਿਰਫ ਵਿੱਤੀ ਸੰਕਟ 'ਚ ਨਹੀਂ ਹੈ। ਮੈਂ ਅੱਜ ਡਿਟੇਲ 'ਚ ਨਹੀਂ ਗੱਲ ਕਰਨਾ ਚਾਹੁੰਦਾ ਕਿ ਕਿਸ ਤਰ੍ਹਾਂ ਦੇ ਸੰਕਟ ਯੂਨੀਵਰਸਿਟੀ ਦੇ ਵਿੱਚ ਨੇ। ਸਾਰੇ ਬਾਹਰੋਂ ਨਹੀਂ ਹੈ, ਸਾਰੇ ਸਰਕਾਰੀ ਵੀ ਨਹੀਂ ਹੈ, ਅੰਦਰੋਂ ਵੀ ਸੰਕਟ ਨੇ, ਪਰ ਬਹੁਤ ਵੱਡਾ ਸੰਕਟ ਸਾਡਾ ਵਿੱਤੀ ਸੰਕਟ ਵੀ ਹੈ ਔਰ ਯੂਨੀਵਰਸਿਟੀ ਦੇ ਭਵਿੱਖ ਦਾ ਸੰਕਟ ਹੈ। ਜੇ ਵਿੱਤੀ ਸੰਕਟ, ਤੁਹਾਡਾ ਕੀ ਖਿਆਲ ਹੈ ਕਿ ਜੇ ਪੰਜਾਬੀ ਯੂਨੀਵਰਸਿਟੀ ਵਿਕ ਜਾਏਗੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਹੀਂ ਵਿਕੇਗੀ? ਉਹ ਵੀ ਵਿਕੇਗੀ, ਭਾਵੇਂ ਉਹ ਵਿੱਤੀ ਸੰਕਟ 'ਚ ਨਹੀਂ ਹੈ, ਕਿਉਂਕਿ ਇੱਕ ਪਾਲਿਸੀ ਤਹਿਤ ਹੋ ਰਿਹਾ ਹੈ। ਇਹਦਾ ਇਸ ਗੱਲ ਨਾਲ ਨਹੀਂ ਉਹ ਕਨੈਕਸ਼ਨ। ਇਹ ਸੌਖੀ ਵਿਕ ਜੇਗੀ ਕਿਉਂਕਿ ਇਹ ਘਾਟੇ 'ਚ ਹੈ, ਉਹ ਬਾਅਦ 'ਚ ਵਿਕ ਜੇਗੀ, ਜਾਂ ਉਹ ਵਿਕ ਜੇਗੀ, ਜਾਂ ਸ਼ਾਇਦ ਉਹ ਅੱਧੀ ਕੁ ਵਿਕ ਵੀ ਚੁੱਕੀ ਹੈ। ਸੋ ਯੂਨੀਵਰਸਿਟੀ ਨੂੰ ਅਸੀਂ ਬਚਾਉਣਾ ਹੈ। ਬਚਾਉਣ ਲਈ ਸਾਨੂੰ ਕੰਪਲੈਕਸ ਸਟ੍ਰੈਟਜੀ ਵਰਤਣੀ ਪਏਗੀ। ਹੁਣ ਜਿਵੇਂ ਪਿਛਲੇ ਸਮੇਂ 'ਚ ਬਹੁਤ ਵੱਡਾ ਵਿੱਤੀ ਸੰਕਟ ਸੀ ਤੇ ਅਸੀਂ ਕੁਝ ਸਟਰਕਚਰਲ ਐਡਜਸਟਮੈਂਟ ਕੀਤੀਆਂ ਤੇ ਫਾਈਨਲੀ ਸਰਕਾਰ ਕੋਲੋਂ ਅਸੀਂ ਜ਼ੋਰ ਪਾ ਕੇ 54 ਕਰੋੜ ਰੁਪਈਆ ਲੈ ਲਿਆ ਤੇ ਸਾਡੀ ਯੂਨੀਵਰਸਿਟੀ 6 ਮਹੀਨੇ ਚੱਲ ਗਈ, ਕਿਉਂਕਿ ਚੱਲਦੀ ਰਹੇਗੀ ਤੇ ਬਚੇਗੀ। ਜੇ ਇੱਕ ਵਾਰੀ ਬੰਦ ਹੋ ਗਈ ਫਿਰ ਨਵੇਂ ਸਿਰੋਂ ਤੋਂ ਨਹੀਂ ਨਾ ਖੜੀ ਕਰ ਸਕਦੇ। ਪਰ ਮੈਂ ਗੱਲ ਇਹ ਕਹਿਣੀ ਚਾਹੁੰਦਾ ਕਿ ਯੂਨੀਵਰਸਿਟੀ ਦਾ ਭਵਿੱਖ ਕਿੱਥੇ ਹੈ, ਯੂਨੀਵਰਸਿਟੀ ਨੇ ਕਿਹਦੇ ਨਾਲ ਜੁੜਨਾ ਹੈ। ਯੂਨੀਵਰਸਿਟੀ ਹੈਗੀ ਹੈ ਲੋਕਾਂ ਦੀ, ਪਬਲਿਕ ਦੀ, ਤੇ ਪਬਲਿਕ ਵਿੱਚ ਯੂਨੀਵਰਸਿਟੀ ਨੂੰ ਪਬਲਿਕ ਕੰਮਾਂ 'ਚੋਂ ਆਪਣੀ ਧਿਰ ਪਛਾਣਨ ਦੀ ਲੋੜ ਹੈ। ਤੇ ਮੈਂ ਉਹ ਧਿਰ ਪਛਾਣ ਲਈ, ਉਹ ਧਿਰ ਹੈ ਲੋਕਾਂ ਨਾਲ ਸਿੱਧੇ ਜੁੜਨਾ, ਕਿਸਾਨਾਂ ਨਾਲ ਜੁੜਨਾ, ਕਿਸਾਨ ਅੰਦੋਲਨ ਨਾਲ ਜੁੜਨਾ। ਵਿਦਿਅਕ ਅਦਾਰਿਆਂ ਨੂੰ ਇਹ ਸੋਚਣਾ ਪਏਗਾ ਕਿ ਲੰਬੇ ਸਮੇਂ ਤੱਕ ਜੀਵਤ ਰਹਿਣ ਲਈ, ਲੰਬੇ ਸਮੇਂ ਤੱਕ ਸੱਚੀ ਮੁੱਚੀ ਲੋਕਾਂ 'ਚ ਵਿੱਦਿਆ ਪ੍ਰਸਾਰ ਕਰਨ ਲਈ ਕੀ ਕਰਨ ਦੀ ਲੋੜ ਹੈ? ਲੋਕਾਂ ਨਾਲ ਸਿੱਧੇ ਜੁੜਨ ਦੀ ਲੋੜ ਹੈ। ਜਿੱਥੇ ਲੋਕਾਂ ਦੀ ਅਸਲੀ ਗੱਲ ਦਾ ਉਭਾਰ ਹੈ ਉਹਦੇ ਨਾਲ ਜੁੜਨ ਦੀ ਲੋੜ ਹੈ। ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ, ਕੱਲ੍ਹ ਦਾ ਮੈਨੂੰ ਦੱਸਿਆ ਜਾ ਰਿਹਾ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹਿਲਾ ਵਿੱਦਿਅਕ ਅਦਾਰਾ ਹੈ ਜਿਹੜਾ ਆਪਣੀ ਆਫੀਸ਼ੀਅਲ ਸਟੇਜ ਤੋਂ ਕਿਸਾਨ ਸੰਘਰਸ਼ ਨਾਲ ਜੁੜ ਰਿਹਾ ਹੈ। ਉਹ ਆਪੇ ਜੁੜ ਗਿਆ ਕਿਉਂਕਿ ਮੈਂ ਆ ਗਿਆ ਸਟੇਜ ਤੇ ਮੈਨੂੰ ਨਹੀਂ ਸੀ ਪਤਾ ਵੀ ਜੋਗਿੰਦਰ ਸਿੰਘ ਅਗਰਾਹਾਂ ਜੀ ਪਹਿਲੀ ਵਾਰ ਸਾਡੀ ਯੂਨੀਵਰਸਿਟੀ 'ਚ ਆਏ ਨੇ। ਮੈਂ ਕਿਹਾ ਇਹ ਤੇ ਆਉਂਦੇ ਰਹਿੰਦੇ ਹੋਣਗੇ, ਮਾਲਵੇ ਦੇ ਨੇ ਉੱਗੇ ਲੀਡਰ ਨੇ। ਪਰ ਗੱਲ ਇਹ ਹੈ ਕਿ ਇਹ ਜੁੜਾਵ ਜਿਹੜਾ ਅੱਜ ਪੈਦਾ ਹੋਇਆ ਹੈ ਇਹ ਕਿਸਾਨਾਂ ਨੂੰ ਸਮਰਥਨ ਦੇਣ ਲਈ ਨਹੀਂ ਹੋਇਆ, ਇਹ ਯੂਨੀਵਰਸਿਟੀ ਨੂੰ ਬਚਾਉਣ ਲਈ ਹੋਇਆ ਹੈ। ਇਸ ਗੱਲ ਨੂੰ ਧਿਆਨ ਰੱਖਣਾ ਸੀ। ਯੂਨੀਵਰਸਿਟੀ ਦਾ ਇਹਦੇ ਵਿੱਚ ਹੀ ਭਵਿੱਖ ਹੈ ਕਿ ਉਹ ਇਸ ਤਰ੍ਹਾਂ ਦੇ ਕੰਮ ਕਰੇ ਕਿ ਲੋਕਾਂ ਨਾਲ ਜੁੜੀ ਰਹੇ, ਤਾਂ ਕਿ ਲੋਕ ਫਿਰ ਇਹਨੂੰ ਕਦੀ ਬੰਦ ਨਾ ਹੋਣ ਦੇਣ, ਕਦੀ ਇਹਨੂੰ ਵਿਕਣ ਨਾ ਦੇਣ। ਸੰਕਟ ਡੂੰਘਾ ਹੈ, ਉਹਦੇ ਤੇ ਫਿਰ ਕਿਸੇ ਵੇਲੇ ਗੱਲ ਕਰਾਂਗੇ। ਪਰ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ ਕਿਸਾਨ ਵੀ ਜੇ ਅੰਦੋਲਨ ਕਰ ਰਿਹਾ ਹੈ ਤੇ ਪਿੱਛੇ ਆਪਣੀ ਫਸਲ ਵੀ ਬੀਜ ਰਹੇ ਹੈ, ਜਾਂ ਉਹਨਾਂ ਦੀ ਫਸਲ ਉਹਨਾਂ ਦਾ ਗੁਆਂਢੀ ਬੀਜ ਰਿਹਾ ਹੈ। ਕੰਮ ਛੱਡ ਕੇ ਨਹੀਂ ਅੰਦੋਲਨ ਹੁੰਦਾ, ਉੱਥੇ ਫਸਲਾਂ ਬੀਜੀਆਂ ਜਾ ਰਹੀਆਂ ਨੇ ਤੇ ਫਸਲਾਂ ਵੱਢੀਆਂ ਜਾ ਰਹੀਆਂ ਨੇ। ਇਸੇ ਤਰ੍ਹਾਂ ਹੀ ਪੜ੍ਹਨ ਪੜ੍ਹਾਉਣ ਦੇ ਕੰਮ ਨੂੰ ਨੰਬਰ 1 ਤੇ ਰੱਖ ਕੇ ਹੀ ਯੂਨੀਵਰਸਿਟੀ ਆਪਣੇ ਆਪ ਨੂੰ ਬਚਾ ਸਕਦੀ ਹੈ ਤੇ ਕਿਸਾਨਾਂ ਲਈ ਵੀ ਕੁਝ ਕਰ ਸਕਦੀ ਹੈ। ਜੇ ਅਸੀਂ ਪੜ੍ਹਾਂਗੇ ਹੀ ਨਹੀਂ, ਜੇ ਅਸੀਂ ਖੋਜ ਹੀ ਨਹੀਂ ਕਰਾਂਗੇ ਤੇ ਫਿਰ ਅਸੀਂ ਕਿਸੇ ਵਾਸਤੇ ਵੀ, ਕਿਸਾਨਾਂ ਵਾਸਤੇ ਫਿਰ ਕੀ ਕਰ ਲਾਂਗੇ? ਹੁਣ ਜਦੋਂ ਅਸੀਂ ਖੋਜ ਦਾ ਕੰਮ ਕਰਾਂਗੇ, ਆਹ 2 ਪ੍ਰੋਜੈਕਟ ਜਿਹੜੇ ਮੈਂ ਕਹੇ ਹੈ, ਤੇ ਬੈਠ ਕੇ ਸਿਰ ਢਾਹ ਕੇ ਆਪਾਂ ਨੂੰ ਕੰਮ ਕਰਨਾ ਪਏਗਾ। ਸੋ ਜਿਹੜਾ ਅਸਲੀ ਕੰਮ ਹੁੰਦਾ ਹੈ, ਜਿਵੇਂ ਕਿਸਾਨੀ ਨਹੀਂ ਛੱਡ ਸਕਦਾ, ਜਿਹੜੀ ਯੂਨੀਵਰਸਿਟੀ ਹੈ ਉਹ ਪੜ੍ਹਨ ਪੜ੍ਹਾਉਣ ਤੇ ਖੋਜ ਦੇ ਕੰਮ ਨੂੰ ਹੀ ਸੈਂਟਰ 'ਚ ਰੱਖ ਕੇ ਬਾਕੀ ਸਾਰੇ ਕੰਮ ਕਰ ਸਕਦੀ ਹੈ। ਸੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਫਿਰ ਇੱਕ ਵਾਰ ਸਾਰੇ ਆਏ ਸੱਜਣਾਂ ਦਾ ਜਿਨ੍ਹਾਂ ਨੇ ਇਹਦੇ 'ਚ ਅੱਜ ਦੇ ਸੈਮੀਨਾਰ 'ਚ ਯੋਗਦਾਨ ਪਾਇਆ। ਮੈਨੂੰ ਨਹੀਂ ਸੀ ਪਤਾ ਵੀ ਇਸ ਤਰ੍ਹਾਂ ਦਾ ਪਹਿਲਾ ਸੈਮੀਨਾਰ ਕਿਸੇ ਵਿਦਿਅਕ ਸੰਸਥਾ 'ਚ ਹੋ ਰਿਹਾ ਹੈ, ਪਰ ਜੇ ਪਹਿਲਾ ਹੈ ਤੇ ਫਿਰ ਮੈਂ ਬਾਕੀ ਵਿਦਿਅਕ ਸੰਸਥਾਵਾਂ ਨੂੰ ਇਹ ਕਹਾਂਗਾ ਕਿ ਤੁਸੀਂ ਵੀ ਸਿਰ ਪਟੋਲ ਕਰੋ ਤੇ ਵੇਖੋ ਕਿ ਤੁਸੀਂ ਸਮਾਜ ਵਿੱਚ, ਪੰਜਾਬ 'ਚ ਕਿਹੜੀ ਧਿਰ ਨਾਲ ਜੁੜਨਾ ਹੈ ਤੇ ਕਿਸ ਢੰਗ ਨਾਲ ਜੁੜਨਾ ਹੈ। ਸੋ ਬਹੁਤ ਬਹੁਤ ਧੰਨਵਾਦ।